ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਾਂ ਬੜੇ ਵਡਭਾਗੀ ਹਾਂ ਜਿਹੜਾ ਉਸ ਧਰਤੀ ਦੇ ਦਰਸ਼ਨ ਕਰ ਰਹੇ ਹਾਂ ਜਿੱਥੇ ਸਾਰੀ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਆਏ ਸੀ। ਆਓ ਤੁਹਾਨੂੰ ਇਸ ਦੇ ਇਤਿਹਾਸ ਨਾਲ ਜਾਣੂ ਕਰਵਾਈਏ। ਸੰਸਾਰ ਦਾ ਦੁੱਖ ਦੂਰ ਕਰਨ ਲਈ ਗੁਰੂ ਜੀ ਨੇ ਆਪਣੇ ਜੀਵਨ ਵਿੱਚ कुछ उदासियां धारियां। बाबा नानक शाह फकीर, हिंदू का गुरु मुसलमान का पीर। बाबा जी जिथे भी गए उत्थे दी संगत ने प्यार अते सत्कार नाल गुरु साहिब जी नूं अपना गुरु मान के अलग अलग नावां दे नाल उन्हां दी उस्तत कीती। जिवें कई थावां ते नानक आचार्या, कईयां ने नानक लामा, कई गुरु रिम्पोचे ते कई नानक ऋषि, कई थावां ते नानक पीर ते कईयां ने वाली हिंद आख्या। अपनी तीजी उदासी विच गुरु जी भाई मरदाना जी दे नाल चीन अते तिब्बत होंदे होए उत्तरी सिक्किम दे एक छोटे जे कस्बे चुंगथांग पुजे। जिथे बाबा पैर तरे, पूजा आसन थापन सोआ। जिथे बाबा पैर तरे, पूजा आसन थापन सोआ। जिथे बाबा पैर तरे, पूजा आसन थापन सोआ। भाई गुरदास जी दियां ਇਹ ਪਾਵਨ ਪੰਕਤੀਆਂ ਸਮੁੱਚੀ ਲੁਕਾਈ ਨੂੰ ਦੱਸਦੀਆਂ ਨੇ ਕਿ ਬਾਬਾ ਨਾਨਕ ਦੇ ਭਗਤ ਸਾਰੀ ਦੁਨੀਆ ਵਿੱਚ ਵਸਦੇ ਨੇ ਤੇ ਜਿੱਥੇ ਵੀ ਬਾਬਾ ਜੀ ਦੇ ਚਰਨ ਕਮਲ ਪੈ ਜਾਣ ਉਹ ਧਰਤੀ ਪਵਿੱਤਰ ਹੋ ਜਾਂਦੀ ਹੈ। ਇਹੋ ਜਿਹਾ ਬਾਬਾ ਜੀ ਦੇ ਚਰਨ ਛੋਹ ਪ੍ਰਾਪਤ ਇੱਕ ਪਵਿੱਤਰ ਸਥਾਨ ਹੈ ਚੁੰਗਥਾਂਗ। ਚੁੰਗਥਾਂਗ ਨਿਹਾਇਤੀ ਦਾਰਸ਼ਨਿਕ ਅਤੇ ਮਨਮੋਹਕ ਨਜ਼ਾਰਿਆਂ ਨਾਲ ਭਰਪੂਰ ਤੀਸਤਾ ਨਦੀ ਦੇ ਕੰਢੇ ਅਤਿਅੰਤ ਰਮਣੀਕ ਸਥਾਨ ਹੈ। ਭਾਰਤ ਦੇ ਸਿੱਕਮ ਰਾਜ ਦੇ ਉੱਤਰੀ ਜ਼ਿਲ੍ਹੇ ਵਿੱਚ ਚਾਈਨਾ ਬਾਰਡਰ ਦੇ ਨਾਲ ਸਥਿਤ ਹੈ। ਗੁਰੂ ਸਾਹਿਬ ਨੇ ਇਸ ਸਥਾਨ ਦੇ ਅਲੌਕਿਕ ਨਜ਼ਾਰੇ ਨੂੰ ਵੇਖ ਕੇ ਭਾਈ ਮਰਦਾਨੇ ਜੀ ਨੂੰ ਆਖਿਆ ਕਿ ਇਹ ਤਾਂ ਚੰਗੀ ਥਾਂ ਹੈ। ਗੁਰੂ ਸਾਹਿਬ ਦਾ ਉਚਾਰਨ ਕੀਤਾ ਇਹ ਸ਼ਬਦ ਇਸ ਜਗ੍ਹਾ ਨੂੰ ਚੰਗਾ ਨਾਂ ਦੇ ਗਿਆ। ਸਥਾਨੀ ਲੋਕਾਂ ਨੇ ਆਪਣੀ ਭਾਸ਼ਾ ਵਿੱਚ ਚੰਗੀ ਥਾਂ ਨੂੰ ਚੁੰਗਥਾਂਗ ਕਹਿਣਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਜਦ ਇੱਥੇ ਪਹੁੰਚੇ ਤਾਂ ਇੱਕ ਰਾਖਸ਼ ਨੇ ਈਰਖਾ ਕਾਰਨ ਗੁਰੂ ਜੀ ਨੂੰ ਅੱਗੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇੱਕ ਬੜਾ ਵੱਡਾ ਪੱਥਰ ਪਹਾੜਾਂ ਦੇ ਉੱਤੋਂ ਗੁਰੂ ਸਾਹਿਬ ਵੱਲ ਧੱਕ ਦਿੱਤਾ। ਪਰ ਸਾਰੀ ਸ੍ਰਿਸ਼ਟੀ ਜਿਹਦੇ ਹੁਕਮ ਵਿੱਚ ਚਲਦੀ ਹੈ, ਉਹ ਦੋ ਜਹਾਂ ਦਾ ਵਾਲੀ, ਸਾਰੇ ਕਾਇਨਾਤ ਦਾ ਮਾਲਕ ਪਰਮ ਪਿਤਾ ਪਰਮੇਸ਼ਵਰ ਆਪ ਨਾਨਕ ਰੂਪ ਵਿੱਚ ਸਾਹਮਣੇ ਹਨ ਤੇ ਉਹ ਪੱਥਰ ਨੁਕਸਾਨ ਕਿਵੇਂ ਪਹੁੰਚਾ ਸਕਦਾ ਸੀ। ਗੁਰੂ ਸਾਹਿਬ ਦੇ ਡਾਂਗ ਤੇ ਇੱਕ ਇਸ਼ਾਰੇ ਨਾਲ ਪੱਥਰ ਗੁਰੂ ਜੀ ਦੇ ਚਰਨਾਂ ਦੇ ਨੇੜੇ ਆ ਕੇ ਰੁਕ ਗਿਆ। ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਆਖਿਆ ਕਿ ਇਹ ਤਾਂ ਪਰਮਾਤਮਾ ਨੇ ਸਾਡੇ ਲਈ ਆਸਨ ਭੇਜਿਆ ਹੈ, ਆਓ ਇਸ ਤੇ ਬੈਠ ਕੇ ਉਸ ਮਾਲਿਕ ਦੀ ਉਸਤਤ ਕਰੀਏ। ਜਦੋਂ ਗੁਰੂ ਸਾਹਿਬ ਪੱਥਰ ਦੇ ਉੱਪਰ ਚੜੇ ਤਾਂ ਪੱਥਰ ਨੇ ਆਪਣੇ ਆਪ ਨੂੰ ਮੋਮ ਵਰਗਾ ਨਰਮ ਬਣਾ ਲਿਆ। ਇਹ ਕੌਤਕ ਵੇਖ ਕੇ ਰਾਖਸ਼ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੈ ਗਿਆ ਅਤੇ ਮਾਫੀ ਮੰਗਣ ਲੱਗਾ। ਸਤ ਬਖਸ਼ੰਦ ਸਦਾ ਮਿਹਰਬਾਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰਾਖਸ਼ ਨੂੰ ਮਾਫ ਕੀਤਾ ਅਤੇ ਬਚਨ ਲਿਆ ਕਿ ਉਹ ਕਦੇ ਵੀ ਕਿਸੇ ਨੂੰ ਤੰਗ ਨਹੀਂ ਕਰੇਗਾ। ਸੰਗਤ ਜੀ, ਦਰਸ਼ਨ ਕਰੋ ਇਹ ਗੁਰੂ ਸਾਹਿਬ ਜੀ ਦੇ ਪੈੜਾਂ ਦੇ ਨਿਸ਼ਾਨ ਜਿਹੜੇ ਅੱਜ ਵੀ ਉਸ ਪੱਥਰ ਸਾਹਿਬ ਤੇ ਮੌਜੂਦ ਹਨ। हे निरंकार ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਨੂੰ ਕੋਟਾਨ ਕੋਟ ਨਮਸਕਾਰ ਹੈ।
तेरे कवन कवन गुण कह कह गावा, तू साहिब गुनी निधाना। तुमरी महिमा बरन न साको, तू ठाकुर ऊंच भगवाना। ਜਦੋਂ ਗੁਰੂ ਸਾਹਿਬ ਆਪਣੇ ਆਸਨ ਤੇ ਬੈਠ ਕੇ ਅਕਾਲ ਪੁਰਖ ਦੀ ਉਸਤਤ ਕਰ ਰਹੇ ਸੀ ਤਾਂ ਭਾਈ ਮਰਦਾਨੇ ਜੀ ਨੇ ਜਲ ਦੀ ਮੰਗ ਕੀਤੀ, ਪਰ ਨਦੀ ਤਾਂ ਦੂਰ ਸੀ। ਗੁਰੂ ਸਾਹਿਬ ਨੇ ਆਖਿਆ, ਜਾ ਮਰਦਾਨਿਆਂ, ਪਿੱਛੋਂ ਜਲ ਛਕ ਲੈ। ਭਾਈ ਮਰਦਾਨੇ ਨੇ ਆਪਣੇ ਗੁਰੂ ਦਾ ਬਚਨ ਸੱਚ ਕਰ ਮਾਨਿਆ ਤੇ ਜਦੋਂ ਪਿੱਛੇ ਗਏ ਤਾਂ ਕੀ ਵੇਖਦੇ ਹਨ? ਪੱਥਰ ਦੇ ਵਿੱਚ एक छोटा जा अमृतमय चश्मा है। उस चश्मे तो जल छक के भाई मर्दाने ने अपनी प्यास बुझाई। अज भी वो चश्मा इस पत्थर साहिब विच मौजूद है। चश्मे विच 12 महीने जल रहिंदा है, पर जल कदे भी बाहर नहीं वगदा और ना ही कदे घटदा है। संगत इस दे जल नूं अमृत स्वरूप ग्रहण करदी है। ਮੰਨਿਆ ਜਾਂਦਾ ਹੈ ਕਿ ਇਸ ਪੱਥਰ ਦੇ ਥੱਲੇ ਅੱਜ ਵੀ ਗੁਰੂ ਸਾਹਿਬ ਦੇ ਕੁਝ ਨਿਸ਼ਾਨੀਆਂ ਹਨ। ਸਭੇ ਜੀ ਸਮਾਲ ਆਪਣੀ ਮਿਹਰ ਕਰੇ, ਅੰਨ ਪਾਣੀ ਮੁਝ ਪਾਏ, ਅੰਨ ਪਾਣੀ ਮੁਝ ਪਾਏ, ਦੁੱਖ ਦਾਲਿਦ ਭਨ ਤਰ ਅਰਦਾਸ। ਸਥਾਨੀय ਸੰਗਤਾਂ ਨੇ ਉੱਥੇ ਲੰਗਰ ਲਾਏ, ਨਾਮ ਸਿਮਰਨ ਦਾ ਪ੍ਰਵਾਹ ਚੱਲਿਆ। ਕੁਝ ਸੰਗਤਾਂ ਨੇ ਬੇਨਤੀ ਕੀਤੀ ਕਿ ਇੱਥੇ ਧਾਨ ਦੀ ਖੇਤੀ ਨਹੀਂ ਹੁੰਦੀ, ਜਿਹਦੇ ਕਰਕੇ ਸੰਗਤਾਂ ਪਰੇਸ਼ਾਨ ਰਹਿੰਦੀਆਂ ਹਨ। ਬੇਨਤੀ ਕੀਤੀ, ਕਿਰਪਾ ਕਰੋ ਕੋਈ ਸਾਧਨ ਬਣਾਓ ਤਾਂ ਕਿ ਅਸੀਂ ਆਪਣੀ ਰੋਜ਼ ਦੀ ਜ਼ਰੂਰਤਾਂ ਪੂਰੀ ਕਰ ਸਕੀਏ। ਗੁਰੂ ਸਾਹਿਬ ਨੇ ਆਪਣੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਆਪਣੀ ਥਾਲ ਵਿੱਚੋਂ ਚਾਵਲ ਦੇ ਕੁਝ ਦਾਣੇ ਨਾਲ ਦੇ ਖੇਤ ਵਿੱਚ ਖਲੇਰ ਦਿੱਤੇ ਅਤੇ ਕਿਹਾ ਕਿ ਇੱਥੇ ਚਾਵਲ ਦੀ ਚੰਗੀ ਫਸਲ ਹੋਇਆ ਕਰੇਗੀ। ਅੱਜ ਵੀ ਇੱਥੇ ਭਰਪੂਰ ਫਸਲ ਹੁੰਦੀ ਹੈ। ਸੰਗਤਾਂ ਤੇ ਸ਼ਰਧਾਲੂ ਇੱਥੇ ਦੀ ਖੇਤੀ ਕੀਤੇ ਹੋਏ ਚਾਵਲ ਪ੍ਰਸ਼ਾਦ ਸਮਝ ਕੇ ਘਰ ਲੈ ਜਾਂਦੀਆਂ ਹਨ। ਸੰਗਤਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਤੋਂ ਬਾਅਦ ਜਦੋਂ ਬਾਬਾ ਜੀ ਚਾਲੇ ਪਾਉਣ ਲੱਗੇ ਤਾਂ ਸੰਗਤਾਂ ਬਹੁਤ ਉਦਾਸ ਹੋ ਗਈਆਂ। ਸੌਗਾਤ ਦੇ ਤੌਰ ਤੇ ਗੁਰੂ ਜੀ ਨੇ ਹੱਥ ਵਿੱਚ ਪਕੜੀ ਖੁੰਡੀ ਇੱਥੇ ਹੀ ਗੜ ਦਿੱਤੀ, ਜੋ ਅੱਜ ਇੱਕ ਵੱਡੇ ਬ੍ਰਿਖ ਦੇ ਰੂਪ ਵਿੱਚ ਸੁਸ਼ੋਭਿਤ ਹੈ। ਇਸ ਬ੍ਰਿਖ ਦੀਆਂ ਟਹਿਨੀਆਂ ਖੁੰਡੀ ਦੇ ਆਕਾਰ ਦੀਆਂ ਹਨ, ਇਸ ਲਈ ਇਸ ਨੂੰ ਖੁੰਡੀ ਸਾਹਿਬ ਵੀ ਆਖਦੇ ਹਾਂ। ਵਿਗਿਆਨਿਕ ਭਾਸ਼ਾ ਵਿੱਚ ਇਸ ਦਰਖਤ ਦਾ ਨਾਮ ਚਿਨੌਲੀ ਹੈ। ਪੂਰੇ ਸਿੱਕਮ ਵਿੱਚ ਇਹੋ ਜਿਹਾ ਇੱਕੋ ਹੀ ਦਰਖਤ ਹੈ ਜਿਹਦੀਆਂ ਸ਼ਾਖਾਵਾਂ ਅੱਜ ਵੀ ਉੱਤੋਂ ਦੀ ਕੁੰਡੀ ਦੇ ਆਕਾਰ ਵਿੱਚ ਮੁੜੀਆਂ ਹੋਈਆਂ ਹਨ। ਚੁੰਗਥਾਂਗ ਤੋਂ ਆਗਾਹ ਗੁਰੂ ਧਾਮ ਗੁਰੂ ਡਾਂਗਮਾਰ ਹੈ। ਗੁਰੂ ਡਾਂਗਮਾਰ 17,400 ਫੀਟ ਦੀ ਉਚਾਈ ਤੇ ਸਥਿਤ ਹੈ ਤੇ ਬੜਾ ਹੀ ਦੁਰਗਮ ਇਲਾਕਾ ਹੈ। ਇਹ ਸਥਾਨ ਭਾਰਤ ਅਤੇ ਚੀਨ ਦੀ ਸੀਮਾ ਦੇ ਨੇੜੇ ਹੈ। ਇੱਥੇ ਦਾ ਤਾਪਮਾਨ ਹਮੇਸ਼ਾ 0 ਤੋਂ ਥੱਲੇ ਹੀ ਰਹਿੰਦਾ ਹੈ। ਇੱਥੇ ਬਹੁਤ ਰਮਣੀਕ ਅਤੇ ਮਨਮੋਹਕ ਨਜ਼ਾਰੇ ਨਾਲ ਭਰਪੂਰ ਇੱਕ ਝੀਲ ਹੈ। ਬੌਧ ਧਰਮ ਵਾਲੇ ਇਸ ਸਥਾਨ ਨੂੰ ਪਵਿੱਤਰ ਮੰਨਦੇ ਹਨ। ਗੁਰੂ ਸਾਹਿਬ ਜੀ ਦੀ ਆਮਦ ਸੁਣ ਕੇ ਆਸ-ਪਾਸ ਦੇ ਚਰਵਾਹੇ ਗੁਰੂ ਜੀ ਦੇ ਸਨਮੁਖ ਇਕੱਤਰ ਹੋਏ ਤੇ ਇਸ ਇਲਾਕੇ ਵਿੱਚ ਪਾਣੀ ਉਪਲਬਧ ਨਾ ਹੋਣ ਦੀ ਪਰੇਸ਼ਾਨੀ ਬਾਰੇ ਦੱਸਿਆ। ਦੋਏ ਕਰ ਜੋੜ ਕਰੂੰ ਅਰਦਾਸ, ਦੋਏ ਕਰ ਜੋੜ ਤੁਧ ਪਾਵੇ ਤਾਂ ਆਣੇ ਰਾ
ਗੁਰੂ ਸਾਹਿਬ ਨੇ ਸੰਗਤਾਂ ਦੀ ਵਿਅਥਾ ਸੁਣ ਕੇ ਹੱਥ ਵਿੱਚ ਫੜੀ ਡਾਂਗ ਝੀਲ ਵਿੱਚ ਜਮੀ ਬਰਫ਼ ਦੇ ਜਿਸ ਥਾਂ ਤੇ ਛੂ ਦਿੱਤੀ, ਉੱਥੇ ਬਰਫ਼ ਪਿਘਲ ਗਈ ਅਤੇ ਉਸ ਸਥਾਨ ਦੇ ਆਸ-ਪਾਸ ਫੇਰ ਕਦੀ ਨਹੀਂ ਜੰਮੀ। ਇੱਥੇ ਦਾ ਤਾਪਮਾਨ 0 ਤੋਂ 30 ਡਿਗਰੀ ਹੇਠਾਂ ਵੀ ਪਹੁੰਚ ਜਾਂਦਾ ਹੈ, ਪਰ ਇੰਨੇ ਕੁ ਸਥਾਨ ਤੇ ਬਰਫ਼ ਨਹੀਂ ਜੰਮਦੀ। ਇਸ ਅਲੌਕਿਕ ਘਟਨਾ ਤੋਂ ਬਾਅਦ ਝੀਲ ਦਾ ਨਾਂ ਗੁਰੂ ਡੰਗਮਾਰ ਝੀਲ ਪ੍ਰਚਲਿਤ ਹੋ ਗਿਆ। ਸਿੱਕਮ ਵਾਸੀ ਇਸ ਸਥਾਨ ਦੇ ਜਲ ਨੂੰ ਅੰਮ੍ਰਿਤ ਸਰੂਪ ਪਵਿੱਤਰ ਮੰਨਦੇ ਹਨ। ਇਹ ਝੀਲ ਦੁਨੀਆ ਦੀ ਸਭ ਤੋਂ ਉੱਚੀ ਝੀਲ ਮੰਨੀ ਜਾਂਦੀ ਹੈ। ਇੱਥੇ ਆਕਸੀਜਨ ਦੀ ਵੀ ਕਮੀ ਹੈ। ਇੱਥੇ ਇੱਕ ਸਰਵ ਧਰਮ ਸਥਲ ਹੈ ਜਿਹਦੀ ਸੇਵਾ ਸੰਭਾਲ ਭਾਰਤੀ ਸੈਨਾ ਕਰਦੀ ਹੈ। ਸਿੱਕਮ ਰਾਜ 1975 ਵਿੱਚ ਭਾਰਤ ਨਾਲ ਰਲ ਗਿਆ। ਉਸ ਸਮੇਂ ਭਾਰਤੀ ਸੈਨਾ ਦੇ ਜਵਾਨ ਨਾਰਥ ਸਿੱਕਮ ਪਹੁੰਚੇ। ਇਹਨਾਂ ਵਿੱਚ ਬਹੁਤੇ ਸਿੱਖ ਵੀ ਸਨ। ਸੂਬੇਦਾਰ ਮੇਜਰ ਗਿਆਨ ਸਿੰਘ ਭੁੱਲਰ ਸੈਨਾ ਦੀ ਅਗਵਾਈ ਕਰਦੇ ਸਨ। ਜਦੋਂ ਸਥਾਨੀ ਲੋਕਾਂ ਨੇ ਸੂਬੇਦਾਰ ਮੇਜਰ ਗਿਆਨ ਸਿੰਘ ਭੁੱਲਰ ਦਾ ਸਰੂਪ ਵੇਖਿਆ ਤੇ ਉਹਨਾਂ ਨੇ ਕਿਹਾ कि आप जैसा दिखाई देने वाला हमारा बड़ा लामा है, हम उनकी पूजा करते हैं। मेजर साहब ने उत्सुकता नाल पूछया कि सानू भी दिखाओ कौन है तुहाडा बड़ा लामा। जदों उन्हां ने फोटो दे दर्शन कीते तां ओह स्वरूप धन गुरु नानक साहिब जी दा सी। इतिहास नाल वाकिफ होके मेजर साहिब ने उत्थे एक लक्कड़ दा कोठा साहिब बनाया ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਇਸ ਤਰ੍ਹਾਂ ਚੁੰਗਥਾਂਗ ਵਿੱਚ ਗੁਰਦੁਆਰੇ ਦੀ ਉਸਾਰੀ ਹੋਈ। ਜਦੋਂ ਸੂਬੇਦਾਰ ਮੇਜਰ ਸਾਹਿਬ ਦੀ ਬਦਲੀ ਹੋ ਗਈ ਤਾਂ ਇਸ ਗੁਰੂ ਧਾਮ ਦੀ ਸੇਵਾ ਸੰਭਾਲ ਸਥਾਨੀ ਲੋਕਾਂ ਨੂੰ ਦੇ ਦਿੱਤੀ ਗਈ। ਸਥਾਨੀ ਪੰਚਾਇਤ ਇੱਥੇ ਦੀ ਸੇਵਾ ਸੰਭਾਲ ਕਰਦੇ ਰਹੇ। ਸਿਲੀਗੁੜੀ ਦੀਆਂ ਸੰਗਤਾਂ ਵੀ ਦੇਖ ਰੇਖ ਵਿੱਚ ਲੱਗੀਆਂ ਰਹੀਆਂ। ਜਿਵੇਂ ਜਿਵੇਂ ਪ੍ਰਚਾਰ ਵੱਧਦਾ ਰਿਹਾ, ਨੇੜੋਂ ਦੂਰੋਂ ਸੰਗਤਾਂ ਆਂਦੀਆਂ ਰਹੀਆਂ, ਪਰ ਬਿਲਡਿੰਗ ਦੀ ਵਿਸ਼ੇਸ਼ ਉਸਾਰੀ ਨਹੀਂ ਹੋ ਸਕੀ। ਇਲਾਕਾ ਦੁਰਗਮ ਸੀ, ਪਹੁੰਚ ਮੁਸ਼ਕਿਲ ਸੀ ਅਤੇ ਕੁਝ ਸਥਾਨੀ ਮਸਲੇ ਵੀ ਸੀ। ਸੰਨ 2011 ਵਿੱਚ ਦਿੱਲੀ ਦੀਆਂ ਕੁਝ ਸੰਗਤਾਂ ਨੇ ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਕਿਰਪਾ ਕਰੋ ਤੇ ਬਿਲਡਿੰਗ ਅਤੇ ਸਰਾਂ ਦੀ ਕੁਝ ਵਿਵਸਥਾ ਕਰੋ ਤਾਂ ਕਿ ਯਾਤਰੀਆਂ ਨੂੰ ਸਹੂਲੀਅਤ ਹੋ ਸਕੇ। ਸੰਗਤਾਂ ਦੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਜੀ ਨੇ ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ ਅਤੇ ਹੋਰ ਕਾਰ ਸੇਵਾ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲੇ ਸਿੰਘਾਂ ਨੂੰ ਚੁੰਗਥਾਂਗ ਸਾਹਿਬ ਮੁਆਇਨਾ ਕਰਨ ਲਈ ਭੇਜਿਆ। ਪਰ ਤਾਂ ਵੀ ਸਥਾਨੀਆਂ ਕੁਝ ਸਮੱਸਿਆਵਾਂ ਕਰਕੇ ਇੱਥੇ ਬਿਲਡਿੰਗ ਦਾ ਕੰਮ ਸ਼ੁਰੂ ਨਹੀਂ ਹੋ ਪਾ ਰਿਹਾ ਸੀ। ਸਤੰਬਰ 2011 ਨੂੰ ਇੱਕ ਬਹੁਤ ਵੱਡਾ ਭੂਚਾਲ ਆਇਆ ਜਿਹਦਾ ਕੇਂਦਰ ਮੰਗਨ ਸੀ, ਜੋ ਕਿ ਚੁੰਗਥਾਂਗ ਤੋਂ 30 ਕਿਲੋਮੀਟਰ ਦੀ ਦੂਰੀ ਵਿੱਚ ਹੈ। ਚੁੰਗਥਾਂਗ ਦਾ ਭਾਰੀ ਨੁਕਸਾਨ ਹੋਇਆ, ਬਹੁਤ ਇਮਾਰਤਾਂ ਢਹਿ ਗਈਆਂ। ਸਥਾਨੀਆਂ ਨਿਵਾਸੀਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਆ ਕੇ ਸ਼ਰਨ ਲਈ ਦਿੱਲੀ ਅਤੇ ਸਿਲੀਗੁੜੀ ਦੀਆਂ ਸੰਗਤਾਂ ਨੇ ਇੱਥੇ ਲੰਗਰ ਲਾਏ, ਡਾਕਟਰੀਆਂ ਟੀਮਾਂ ਭੇਜੀਆਂ ਅਤੇ ਸੈਨਾ ਅਤੇ ਸਿੱਕਮ ਸਰਕਾਰ ਦੀ ਮਦਦ ਨਾਲ ਬੜੇ ਵੱਡੇ ਪੈਮਾਨੇ ਤੇ ਰਾਹਤ ਦਾ ਕੰਮ ਕੀਤਾ। ਇਹ ਸੇਵਾ ਲਗਭਗ 1 ਮਹੀਨਾ ਚੱਲਦੀ ਰਹੀ। ਸਿੱਖਾਂ ਦੀ ਸੇਵਾ ਭਾਵਨਾ ਵੇਖ ਕੇ ਸਥਾਨੀ ਨਿਵਾਸੀ ਬਹੁਤ ਪ੍ਰਭਾਵਿਤ ਹੋਏ। ਸੰਤਾਂ ਕੀ ਕਾਰਜ ਆਪ ਖਲੋਇਆ, ਸੰਤਾਂ ਕੀ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।
ਜਨਵਰੀ 2012 ਨੂੰ ਗੁਰਦੁਆਰਾ ਨਾਨਕ ਲਾਮਾ ਸਾਹਿਬ ਚੁੰਗਥਾਂਗ ਦੀ ਨਵੀਂ ਬਿਲਡਿੰਗ ਦੀ ਟੱਕ ਪਾਈ ਗਈ। ਉਸਾਰੀ ਦਾ ਕੰਮ ਸੱਚਖੰਡ ਵਾਸੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਡੇਰਾ ਕਾਰ ਸੇਵਾ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੀ ਪ੍ਰੇਰਨਾ ਨਾਲ ਸ਼ੁਰੂ ਹੋ ਗਿਆ। ਸ਼ੁਰੂਆਤੀ ਮੁਸ਼ਕਿਲਾਂ ਵੀ ਰਹੀਆਂ। ਇਹ ਇਲਾਕਾ ਸੈਨਾ ਦਾ ਸੀਮਤ ਇਲਾਕਾ ਹੈ। ਮੌਸਮ ਵੀ ਠੰਡਾ ਤੇ ਬਾਰਿਸ਼ ਵਾਲਾ ਰਹਿੰਦਾ ਹੈ। ਉਸਾਰੀ ਦਾ ਕੰਮ ਆਸਾਨ ਨਹੀਂ ਹੈ। ਹਰ ਚੀਜ਼ ਦਾ ਮੁੱਲ ਇੱਥੇ ਪਹੁੰਚਦੇ 2 ਗੁਣਾ ਤੋਂ ਵੀ ਜ਼ਿਆਦਾ ਹੋ ਜਾਂਦਾ ਹੈ। ਪਹਾੜੀ ਇਲਾਕਾ ਹੋਣ ਦੇ ਕਾਰਨ ਰਸਤੇ ਵੀ ਬੰਦ ਹੋ ਜਾਂਦੇ ਹਨ। ਸਾਰੀਆਂ ਵਿਪਰੀਤ ਪਰਿਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਗੁਰੂ ਸਾਹਿਬ ਆਪਣਾ ਕੰਮ ਆਪ ਹੀ ਕਰਾ ਲੈਂਦੇ ਹਨ। ਕਈ ਚਮਤਕਾਰ ਉਸਾਰੀ ਦੌਰਾਨ ਦੇਖੇ ਗਏ। ਆਪਣੀ ਚੋਜ ਉਹ ਆਪ ਹੀ ਜਾਣੇ। ਇਹ ਇਲਾਕਾ ਭੂਕੰਪ ਦੇ 4ਥੇ ਜ਼ੋਨ ਵਿੱਚ ਹੈ ਅਤੇ ਭੂਚਾਲ ਵੀ ਦੇਖ ਚੁੱਕਿਆ ਸੀ। ਸੋ ਇਹ ਇੱਕ ਚੁਣੌਤੀ ਸੀ ਕਿ ਸਾਰੀ ਇਮਾਰਤ ਭੂਕੰਪ ਰੋਧਕ ਬਣੇ। ਪਹਾੜੀ ਇਲਾਕਾ ਹੋਣ ਦੇ ਕਾਰਨ ਖੁਦਾਈ ਵੀ ਬਹੁਤ ਮੁਸ਼ਕਿਲ ਸੀ, ਪਰ ਸਥਾਨੀय ਲੋਕਾਂ ਦੇ ਸਹਿਯੋਗ ਨਾਲ ਕੰਮ ਅੱਗੇ ਵਧਦਾ ਗਿਆ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਦਿਖਲਾਏ, ਜੇ ਕੋ ਕਰੇ ਚਿਤ ਲਾਏ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਬਲ ਪਾਵਣਾ, ਮਨ ਚਿੰਦਿਆ ਬਲ ਪਾਵਣਾ, ਹਉ ਮੈਂ ਵਿੱਚੋਂ ਜਾਏ, ਹਉ ਮੈਂ ਵਿੱਚੋਂ ਜਾਏ। ਸਤਿਗੁਰ ਕੀ ਸੇਵਾ ਸਫਲ ਹੈ, ਦੇਖੋ ਕਰੇ ਚਿਤ ਲਾਏ, ਦੇਖੋ ਕਰੇ ਚਿਤ ਲਾਏ। ਬੰਧਨ ਤੋੜੇ ਚੁੰਗਥਾਂਗ ਤੇ ਇੱਕ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਚੱਲ ਰਿਹਾ ਸੀ। ਇੱਥੇ ਕੰਮ ਕਰਨ ਵਾਲੀਆਂ ਕੰਪਨੀਆਂ ਤੀਸਥਾ ਊਰਜਾ, SCW, NEC, GMW ਅਤੇ ਆਰਮੀ ਦੇ ਪ੍ਰੇਮੀਆਂ ਨੇ ਉਸਾਰੀ ਦੇ ਕੰਮ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਡੇਰਾ ਕਾਰ ਸੇਵਾ ਤੋਂ ਉਸਾਰੀ ਦਾ ਸਾਰਾ ਸਾਜੋ ਸਮਾਨ ਆਉਂਦਾ ਰਿਹਾ। ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਜੀ ਡੇਰਾ ਕਾਰ ਸੇਵਾ ਬੰਗਲਾ ਸਾਹਿਬ ਦਿੱਲੀ ਤੋਂ ਸਮੇਂ-ਸਮੇਂ ਤੇ ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ ਨਿਗਰਾਨੀ ਅਤੇ ਸੇਵਾ ਕਰਨ ਲਈ ਆਉਂਦੇ ਰਹੇ। ਪਿਛਲੇ 3 ਸਾਲਾਂ ਤੋਂ ਗੁਰਦੁਆਰਾ ਚੁੰਗਥਾਂਗ ਦੇ ਸਾਰੇ ਕੰਮ ਦੀ ਸੰਭਾਲ ਬਾਬਾ ਯਾਦਵਿੰਦਰ ਸਿੰਘ ਜੀ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਸੰਭਾਲ ਰਹੇ ਹਨ। ਪੂਰੇ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਸੰਗਤਾਂ ਨੇ ਦਿਲ ਖੋਲ ਕੇ ਸਹਿਯੋਗ ਦਿੱਤਾ, ਜਿਸ ਕਰਕੇ ਇਹ ਸਾਰਾ ਕੰਮ ਸਮੇਂ ਵਿੱਚ ਮੁਕੰਮਲ ਹੋ ਪਾਇਆ। ਸਤਿਗੁਰ ਆਪਣੇ ਸੁਨੀ ਅਰਦਾਸ, ਕਾਰਜ ਆਇਆ ਸਗਲਾ ਰਾਸ। ਹੁਣ
ਗੁਰਦੁਆਰਾ ਨਾਨਕ ਲਾਮਾ ਸਾਹਿਬ ਚੁੰਗਥਾਂਗ ਦੀ ਇਮਾਰਤ ਬਣ ਕੇ ਤਿਆਰ ਹੈ। 4 ਅਕਤੂਬਰ 2015 ਨੂੰ ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ ਅਤੇ ਦੇਸ਼ ਭਰ ਤੋਂ ਆਈ ਸਾਧ ਸੰਗਤ ਜੀ ਨੇ ਬੜੀ ਹੀ ਸ਼ਰਧਾ, ਪਿਆਰ ਅਤੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਵੇਂ ਬਣੇ ਦਰਬਾਰ ਸਾਹਿਬ ਜੀ ਵਿੱਚ ਕੀਤਾ। ਇਸ ਦੌਰਾਨ ਤਤਕਾਲੀਨ ਰਾਜਪਾਲ ਮਹਾਮਹਿਮ ਸ਼੍ਰੀ ਨਿਵਾਸ ਪਾਟਿਲ ਜੀ ਨੇ ਬਾਬਾ ਹਰਬੰਸ ਸਿੰਘ ਜੀ ਯਾਤਰੀ ਨਿਵਾਸ ਦਾ ਉਦਘਾਟਨ ਵੀ ਕੀਤਾ। ਆਯੋਜਿਤ ਸਮਾਗਮ ਵਿੱਚ ਕੀਰਤਨ, ਕਥਾ ਅਤੇ ਸਿਮਰਨ ਦਾ ਪ੍ਰਵਾਹ ਚੱਲਿਆ। ਆਈ ਸਾਧ ਸੰਗਤ ਜੀ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲੈ ਕੇ ਪੂਰੇ ਸਮਾਗਮ ਨੂੰ ਸਫਲ ਬਣਾਇਆ। ਹੁਣ ਨਵਾਂ ਦਰਬਾਰ ਹਾਲ, ਯਾਤਰੀਆਂ ਦੇ ਠਹਿਰਨ ਵਾਸਤੇ ਕਮਰੇ, ਸਥਾਨ ਘਰ, ਪਾਣੀ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਬਣ ਕੇ ਪੂਰੀ ਤਰ੍ਹਾਂ ਤਿਆਰ ਹਨ। ਹੋਰ ਬਾਕੀ ਰਹਿੰਦੇ ਉਸਾਰੀ ਦੇ ਕੰਮ ਵੀ ਨਿਰੰਤਰ ਚੱਲ ਰਹੇ ਹਨ। ਇੱਕ ਵਾਰ ਫਿਰ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦਾ ਸਾਰਾ ਕੰਮ ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਜੀ, ਡੇਰਾ ਕਾਰ ਸੇਵਾ, ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਬਾਬਾ ਬਚਨ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ ਦੇ ਉਦਮ, ਸੇਵਾ ਅਤੇ ਸੰਭਾਲ ਦੇ ਸਦਕੇ ਪੂਰਾ ਹੋਇਆ ਹੈ। ਡੇਰਾ ਕਾਰ ਸੇਵਾ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲੇ ਪੂਰੇ ਭਾਰਤ ਵਿੱਚ 400 ਤੋਂ ਵੱਧ ਥਾਵਾਂ ਤੇ ਗੁਰੂ ਧਾਮਾਂ ਦੀ ਉਸਾਰੀ ਦਾ ਕੰਮ ਅਤੇ ਹੋਰ ਸੇਵਾ ਚਲਾ ਰਹੇ ਹਨ। ਆਓ ਹੁਣ ਤੁਹਾਨੂੰ ਦੱਸੀਏ ਚੁੰਗਥਾਂਗ ਕਿਵੇਂ ਪਹੁੰਚਣਾ ਹੈ। ਰੇਲ ਰਾਹੀਂ ਨਿਊ ਜਲਪਾਈਗੁੜੀ ਅਤੇ ਹਵਾਈ ਜਹਾਜ਼ ਰਾਹੀਂ ਬਾਗਡੋਗਰਾ ਪਹੁੰਚਿਆ ਜਾ ਸਕਦਾ ਹੈ। ਸਿਲੀਗੁੜੀ ਪਹੁੰਚ ਕੇ ਸੰਗਤ ਗੁਰਦੁਆਰਾ ਸਿੰਘ ਸਭਾ ਸੇਵਕ ਰੋਡ, ਸਿਲੀਗੁੜੀ ਵਿਖੇ ਰਾਤ ਵਿਸ਼ਰਾਮ ਕਰ ਸਕਦੀ ਹੈ। ਉੱਥੇ ਰਹਿਣ ਦਾ ਮੁਕੰਮਲ ਇੰਤਜ਼ਾਮ ਹੈ। ਸਿਲੀਗੁੜੀ ਤੋਂ ਚੁੰਗਥਾਂਗ ਦਾ ਸਫ਼ਰ ਤਕਰੀਬਨ 198 ਕਿਲੋਮੀਟਰ ਪੈਂਦਾ ਹੈ, ਜੋ ਕਿ 6 ਤੋਂ 7 ਘੰਟੇ ਦਾ ਰਾਹ ਹੈ। ਪਰਮਿਟ ਲਈ 2 ਫੋਟੋ और ID ਵੀ ਦੇਣੀ ਪੈਂਦੀ ਹੈ। ਜਾਂ ਆਪ ਜੀ ਸਿਲੀਗੁੜੀ ਤੋਂ ਸਿੱਕਮ ਦੀ ਰਾਜਧਾਨੀ ਗੈਂਗਟੋਕ ਹੁੰਦੇ ਹੋਏ ਵੀ ਚੁੰਗਥਾਂਗ ਪਹੁੰਚ ਸਕਦੇ ਹੋ। ਗੈਂਗਟੋਕ ਤੋਂ ਵੀ ਪਰਮਿਟ ਬਣ ਜਾਂਦੇ ਹਨ। ਸਿਲੀਗੁੜੀ ਤੋਂ ਗੈਂਗਟੋਕ ਤਕਰੀਬਨ 120 ਕਿਲੋਮੀਟਰ ਅਤੇ ਗੈਂਗਟੋਕ ਤੋਂ ਚੁੰਗਥਾਂਗ 100 ਕਿਲੋਮੀਟਰ ਦਾ ਰਾਹ ਹੈ। ਸੰਗਤ ਜੀ, ਬੇਨਤੀ ਹੈ ਕਿ ਆਪ ਜੀ ਇਸ ਇਤਿਹਾਸਿਕ ਸਥਾਨ ਵਿੱਚ ਹੁਮ-ਹੁਮਾ ਕੇ ਪਹੁੰਚੋ ਤੇ ਸੇਵਾ ਪਾਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।